ਪੰਜਾਬੀ ਸਟੱਡੀ ਪੁਆਇੰਟ 63 ਵੇਖ ਰਹੇ ਸਾਰੇ ਹੀ ਵਿਊਅਰਸ ਦਾ ਇਸ ਚੈਨਲ 'ਤੇ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ। ਮੈਂ ਅਮਰਜੀਤ ਕੌਰ ਅਗਲੀ ਵੀਡੀਓ ਲੈ ਕੇ ਆਪ ਜੀ ਦੇ ਸਾਹਮਣੇ ਪੇਸ਼ ਹੈਗੀ ਹਾਂ। ਅਤੇ ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬ ਯੂਨੀਵਰਸਿਟੀ ਦੇ BA BSc ਫਸਟ ਸਮੈਸਟਰ ਦੀ ਪੰਜਾਬੀ ਦੀ ਪਾਠ ਪੁਸਤਕ ਹੈ ਜੋ ਕਾਵਿ ਸੁਮੇਲ, ਉਸ ਵਿੱਚ ਦਰਜ ਪਾਲ ਕੌਰ ਜੀ ਦੀ ਅਗਲੀ ਰਚਨਾ ਜੋ ਕਿ ਲਾਸਟ ਹੈ ਪੜ੍ਹਨੀ ਹੈਗੀ ਹੈ। ਉਸ ਦਾ ਨਾਮ ਹੈ ਚੋਰੀ ਯਾਰੀ। ਤਾਂ ਇਸ ਕਵਿਤਾ ਦੇ ਵਿੱਚ ਕਵਿਤਰੀ ਨੇ ਦੱਸਿਆ ਹੈਗਾ ਕਿ ਇਹ ਨਾਰੀਵਾਦੀ ਦ੍ਰਿਸ਼ਟੀ ਤੋਂ ਉਹਨੇ ਇੱਕ ਜਿਹੜਾ ਹੈ ਇੱਕ ਨਵਾਂ ਹੀ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈਗਾ ਕਿ ਉਹ ਪ੍ਰੇਮਿਕਾ, ਦੋਸਤ ਅਤੇ ਪਤਨੀ ਹੋਣ ਦੇ ਅਰਥ ਤਲਾਸ਼ਦੀ ਹੈਗੀ ਆ। ਅਤੇ ਇਹ ਤਲਾਸ਼ ਉਹ ਕ੍ਰਿਸ਼ਨ ਦੀ ਜਿਹੜੀ ਮਿੱਥ ਕਥਾ ਹੈ ਜੋ ਉਸ ਵਿਚਲੀਆਂ ਵਿਰੋਧਤਾਈਆਂ ਨੂੰ ਸਾਹਮਣੇ ਲਿਆ ਕੇ ਪੇਸ਼ ਕਰਦੀ ਹੋਈ ਉਹ ਕਹਿੰਦੀ ਹੈਗੀ ਆ ਕਿ ਜਿਹੜਾ ਹੈ ਇਸ ਸਮਾਜ ਦੇ ਵਿੱਚ ਇੱਕ ਇਸਤਰੀ ਦੇ ਲਈ ਜਿਹੜਾ ਹੈ ਰੁਕਮਣੀ, ਰਾਧਾ ਅਤੇ ਗੋਪੀ ਬਣ ਕੇ ਵਿਚਰਨਾ ਕਈ ਵਾਰ ਬੜਾ ਹੀ ਔਖਾ ਹੋ ਜਾਂਦਾ ਹੈ। ਤਾਂ ਉਹ ਦੱਸਦੀ ਹੈਗੀ ਆ, ਪਹਿਲਾ ਪੈਰਾਗ੍ਰਾਫ, ਯਾਰੀਆਂ ਤਾਂ ਹੁੰਦੀਆਂ ਨੇ ਚੋਰੀ ਸਦਾ, ਪਰ ਬਦਲਦੇ ਨੇ ਅਰਥ, ਬਦਲਦੇ ਨੇ ਸਵਾਦ, ਬਦਲਦੇ ਨੇ ਦਰਦ। ਕਵਿਤਰੀ ਕਹਿੰਦੀ ਹੈ ਕਿ ਆਦਮੀ ਅਤੇ ਔਰਤ ਦੀ ਜੋ ਦੋਸਤੀ ਹੈ ਉਹ ਹਮੇਸ਼ਾ ਚੋਰੀ ਹੁੰਦੀ ਹੈਗੀ ਆ, ਕਿਉਂਕਿ ਸਮਾਜ ਇਹ ਅਜਿਹੇ ਸੰਬੰਧਾਂ ਨੂੰ ਪ੍ਰਵਾਨਿਤ ਨਹੀਂ ਕਰਦਾ ਅਤੇ ਸਮਾਜ ਸਿਰਫ ਪਤੀ ਪਤਨੀ ਦਾ ਰਿਸ਼ਤਾ ਹੀ ਸਵੀਕਾਰ ਕਰਦਾ ਹੈਗਾ। ਅਤੇ ਇਸ ਲਈ ਜਿਹੜਾ ਹੈ ਇਹ ਦੋਸਤੀਆਂ ਸਦਾ ਚੋਰੀ ਹੁੰਦੀਆਂ ਨੇ, ਪਰ ਇਹਨਾਂ ਦੇ ਅਰਥ ਸਦਾ ਹੀ ਬਦਲਦੇ ਰਹਿੰਦੇ ਨੇ ਅਤੇ ਇਹਨਾਂ ਦੇ ਦਰਦ ਵੀ ਸਦਾ ਹੀ ਬਦਲਦੇ ਰਹਿੰਦੇ ਨੇ। ਅਤੇ ਕਵਿਤਰੀ ਕਹਿੰਦੀ ਹੈ, ਵੇਲਾ ਸੀ ਹੈ ਇੱਕ, ਕੋਈ ਮਿਲਦਾ ਪੈਰਾਂ 'ਚ ਰਾਹ ਵਿਛਾਉਂਦਾ, ਸਭ ਬੇੜੀਆਂ ਉਤਾਰ ਤੁਰ ਵੀ ਪੈਂਦੀ, ਪਰ ਕੁਝ ਕਦਮਾਂ ਮਗਰੋਂ ਹੀ ਪੈਰ ਘਿਰ ਜਾਂਦੇ ਸਵਾਲਾਂ ਵਿੱਚ। ਤਾਂ ਕਵਿਤਰੀ ਕਹਿੰਦੀ ਹੈਗੀ ਆ ਕਿ ਕੋਈ ਅਜਿਹਾ ਸਮਾਂ ਸੀ ਜਦੋਂ ਕੋਈ ਮਰਦ ਮੈਨੂੰ ਮਿਲਿਆ ਤਾਂ ਉਹ ਮੇਰੇ ਪੈਰਾਂ ਵਿੱਚ ਰਾਹ ਵਿਛਾਉਂਦਾ ਸੀ ਅਤੇ ਉਹ ਮੈਨੂੰ ਪਤਨੀ, ਪ੍ਰੇਮਿਕਾ ਜਾਂ ਦੋਸਤ ਬਣਨ ਦੀ ਜਿਹੜਾ ਹੈ ਚੋਣ ਕਰਨ ਦੀ ਖੁੱਲ੍ਹ ਦਿੰਦਾ ਸੀ। ਅਤੇ ਫਿਰ ਉਹ ਕੀ ਕਹਿੰਦੀ ਹੈਗੀ, ਸਭ ਬੇੜੀਆਂ ਉਤਾਰ ਤੁਰ ਵੀ ਪੈਂਦੀ। ਤਾਂ ਉਹ ਕੀ ਕਹਿੰਦੀ ਹੈ ਕਿ ਮੈਂ ਵੀ ਬੰਦਰਾਂ ਦੀਆਂ ਸਾਰੀਆਂ ਬੇੜੀਆਂ ਲਾ ਕੇ ਉਸਦੇ ਨਾਲ ਤੁਰ ਪੈਂਦੀ ਸੀ, ਪਰ ਕੁਝ ਕਦਮਾਂ ਮਗਰੋਂ ਹੀ ਪੈਰ ਘਿਰ ਜਾਂਦੇ ਸਵਾਲਾਂ 'ਚ। ਤਾਂ ਪਰ ਕਹਿੰਦੀ ਹੈਗੀ ਕੁਝ ਸਮਾਂ ਤੁਰਨ ਪਿੱਛੋਂ ਉਸਦੇ ਜਿਹੜੇ ਪੈਰ ਹੈਗੇ ਨੇ ਤੁਰਦੇ ਤੁਰਦੇ ਅਟਕ ਜਾਂਦੇ ਕਾਹਦੇ ਵਿੱਚ, ਕੁਝ ਪ੍ਰਸ਼ਨਾਂ ਦੇ ਵਿੱਚ। ਅਤੇ ਉਹ ਆਪਣੇ ਆਪ ਨੂੰ ਪੁੱਛਦੀ ਹੈ ਕਿ ਮੈਂ ਰੁਕਮਣੀ ਹਾਂ, ਰਾਧਾ ਹਾਂ ਜਾਂ ਫਿਰ ਗੋਪੀ ਹਾਂ। ਅਤੇ ਫਿਰ ਅਜਿਹੀਆਂ ਸੋਚਾਂ ਤੋਂ ਬਾਅਦ ਉਹ ਜਿਹੜੀ ਹੈਗੀ ਆ ਇੱਕ ਨਿਰਣਾ ਕਰਦੀ ਹੈ ਕਿ ਉਹ ਇਸ ਸਮਾਜ ਵਿੱਚ ਰਹਿੰਦੇ ਹੋਏ ਨਾ ਤਾਂ ਰਾਧਾ ਬਣ ਸਕਦੀ ਹੈ ਅਤੇ ਨਾ ਹੀ ਗੋਪੀ ਬਣ ਸਕਦੀ ਹੈ। ਉਹ ਤਾਂ ਸਿਰਫ ਇਸ ਸਮਾਜ ਦੇ ਵਿੱਚ ਰੁਕਮਣੀ ਦੇ ਰਾਹ ਅਰਥਾਤ ਸਿਰਫ ਅਤੇ ਸਿਰਫ ਪਤਨੀ ਦੇ ਰਾਹ ਬਣਨ ਦੇ ਰਾਹ ਉੱਤੇ ਹੀ ਚੱਲ ਸਕਦੀ ਹੈ, ਜਿਸ ਵਿੱਚ ਉਸ ਦੀ ਸ਼ਾਨ ਹੈ, ਜਿਸ ਵਿੱਚ ਉਸ ਦਾ ਮਾਣ ਹੁੰਦਾ ਹੈਗਾ। ਅਤੇ ਇੰਝ ਪਰਤਾਈ ਉਹਨਾਂ ਸਭ ਰਾਹਾਂ ਤੋਂ ਜੋ ਰੁਕਮਣੀ ਨਹੀਂ ਸਨ ਬਣਦੇ। ਤਾਂ ਫਿਰ ਕਵਿਤਰੀ ਕਹਿੰਦੀ ਹੈਗੀ ਹੈ, ਫਿਰ ਮੈਂ ਫੈਸਲਾ ਕੀਤਾ ਕਿ ਮੈਂ ਉਹਨਾਂ ਸਾਰੇ ਹੀ ਰਾਹਾਂ ਤੋਂ ਵਾਪਸ ਮੁੜ ਕੇ ਜਿਹੜਾ ਹੈ ਆ ਗਈ ਅਜਿਹੇ ਰਾਹ ਜਿਸ ਦੇ ਉੱਤੇ ਰਹਿ ਕੇ ਉਹ ਰੁਕਮਣੀ ਨਹੀਂ ਸੀ ਬਣ ਸਕਦੀ, ਉਹ ਇੱਕ ਸਿਆਣੀ ਪਤਨੀ ਨਹੀਂ ਸੀ ਰਹਿ ਸਕਦੀ। ਦੂਸਰਾ ਪੈਰਾ ਹੈ, ਪਰ ਹਾਦਸਾ ਹੋ ਗਿਆ ਇੱਕ ਮੀਲ ਪੱਥਰ, ਅਤੇ ਲੱਗਿਆ ਕਿ ਰਾਧਾ ਹੋਣਾ ਵੀ ਕੋਈ ਛੋਟੀ ਗੱਲ ਨਹੀਂ। ਅਤੇ ਇਸ ਤੋਂ ਬਾਅਦ ਜਿਹੜੀ ਹੈ ਕਵਿਤਰੀ ਉਹ ਕੀ ਕਹਿੰਦੀ ਹੈਗੀ ਆ ਕਿ ਫਿਰ ਜਦੋਂ ਮੈਨੂੰ ਰੁਕਮਣੀ ਦੇ ਰਾਹ ਉੱਤੇ ਤੁਰਨ ਮਗਰੋਂ ਇੱਕ ਹਾਦਸਾ ਹੋ ਗਿਆ ਜੋ ਕਿ ਮੀਲ ਪੱਥਰ ਸਾਬਤ ਹੋਇਆ। ਮੀਲ ਪੱਥਰ ਹੁੰਦਾ ਹੈ ਵੀ ਕੋਈ ਜਿਹੜਾ ਹੈ ਦਿਸ਼ਾ ਨਿਰਦੇਸ਼। ਆਪਾਂ ਮੀਲ ਪੱਥਰ ਦੇਖੇ ਹੋਣੇ ਤੁਸੀਂ ਕਿ ਰਸਤਿਆਂ ਦੇ ਉੱਤੇ ਲੱਗੇ ਹੁੰਦੇ ਨੇ ਜੋ ਦਿਸ਼ਾ ਦੱਸਦੇ ਨੇ ਵੀ ਆ ਇਸ ਪਿੰਡ ਨੂੰ ਆਹ ਰਸਤਾ ਜਾਂਦਾ, ਇੱਧਰ ਨੂੰ ਇਹ ਸੜਕ ਇੱਧਰ ਨੂੰ ਜਾਂਦੀ, ਉਹਨੂੰ ਅਸੀਂ ਮੀਲ ਪੱਥਰ ਕਹਿੰਦੇ ਹੈਗੇ ਆ, ਹੈ ਨਾ। ਤਾਂ ਉਹ ਕਹਿੰਦੀ ਹੈਗੀ ਹੈ ਵੀ ਇੱਕ ਅਜਿਹਾ ਹਾਦਸਾ ਹੋਇਆ ਰੁਕਮਣੀ ਦੇ ਰਾਹ ਦੇ ਉੱਤੇ ਚੱਲਣ ਤੋਂ ਬਾਅਦ, ਅਤੇ ਕਿ ਮੈਨੂੰ ਜਿਹੜਾ ਹੈ ਉਹ ਇੱਕ ਮੀਲ ਪੱਥਰ ਸਾਬਤ ਹੋਇਆ। ਅਤੇ ਮੈਨੂੰ ਪ੍ਰਤੀਤ ਹੋਇਆ ਕਿ ਰਾਧਾ ਅਰਥਾਤ ਪ੍ਰੇਮਿਕਾ ਹੋਣਾ ਕੋਈ ਛੋਟੀ ਗੱਲ ਤਾਂ ਨਹੀਂ। ਹੁਣ ਆਪਾਂ ਜਿਵੇਂ ਜਾਣਦੇ ਹੈਗੇ ਹਾਂ ਕਿ ਕ੍ਰਿਸ਼ਨ ਜੀ ਦੀ ਜੋ ਕਥਾ ਹੈ ਉਹਦੇ ਵਿੱਚ ਰਾਧਾ ਜੀ ਦਾ ਵੀ ਬੜਾ ਮਹੱਤਵਪੂਰਨ ਸਥਾਨ ਹੈਗਾ।
ਤੇ ਅਸੀਂ ਜਾਣਦੇ ਹੈਗੇ ਹਾਂ ਕਿ ਹੁਣ ਰਾਧਾ ਕ੍ਰਿਸ਼ਨ ਤੋਂ ਪਹਿਲਾਂ ਰਾਧਾ ਦਾ ਨਾਮ ਆਉਂਦਾ ਹੈ ਜੋ ਅਸੀਂ ਬੋਲਦੇ ਹੈਗੇ ਹਾਂ। ਤੇ ਉਹ ਕੀ ਕਹਿੰਦੀ ਹੈਗੀ ਆ ਕਿ ਰਾਧਾ ਹੋਣਾ ਭਾਵ ਪ੍ਰੇਮਿਕਾ ਹੋਣਾ ਕੋਈ ਛੋਟੀ ਗੱਲ ਨਹੀਂ। ਰਾਧਾ ਹੀ ਤਾਂ ਹੈ ਇੱਕ ਭਰਪੂਰ ਵਜੂਦ। ਪਰ ਇਸ ਮੋੜ 'ਤੇ ਫਿਰ ਕੋਈ ਆਇਆ ਤਾਂ ਫਿਰ ਉਹਨੂੰ ਲੱਗਿਆ ਸੀਗਾ ਕਿ ਰਾਧਾ ਵੀ ਇੱਕ ਭਰਪੂਰ ਹੋਂਦ ਹੈ, ਇੱਕ ਚੰਗੀ ਹੋਂਦ ਹੈਗੀ ਆ। ਜਦੋਂ ਫਿਰ ਉਸਨੇ ਇਹ ਸੋਚ ਕੇ ਇੱਕ ਪ੍ਰੇਮਿਕਾ ਬਣਨ ਦਾ ਫੈਸਲਾ ਲਿਆ ਤਾਂ ਫਿਰ ਕੀ ਹੋਇਆ, ਪਰ ਇਸ ਮੋੜ 'ਤੇ ਫਿਰ ਕੋਈ ਆਇਆ ਤਾਂ ਉਹ ਕਹਿੰਦੀ ਹੈ ਕਿ ਇਸ ਮੋੜ 'ਤੇ ਕੋਈ ਫੇਰ ਆ ਗਿਆ ਤੇ ਰਾਧਾ ਰੁਕਮਣੀ ਨੂੰ ਉਲਝਾ ਕੇ ਤੁਰ ਗਿਆ। ਤਾਂ ਉਸਦੇ ਮਨ ਦੇ ਵਿੱਚ ਜੋ ਭਾਵ ਪੈਦਾ ਹੋਏ ਸਨ ਰਾਧਾ ਬਣਨ ਦੇ ਜਾਂ ਫਿਰ ਰੁਕਮਣੀ ਬਣਨ ਦੇ, ਉਹਨਾਂ ਦੋਨਾਂ ਦੇ ਵਿੱਚ ਪ੍ਰਸ਼ਨਾਂ ਦੇ ਵਿੱਚ ਉਹ ਉਸ ਨੂੰ ਉਲਝਾ ਕੇ ਅੱਗੇ ਚਲਾ ਗਿਆ ਤੇ ਫਿਰ ਇਕੱਠਾ ਕਰ ਲਿਆ ਮੈਂ ਆਪਣਾ ਆਪ ਉਹਨਾਂ ਰਾਹਾਂ ਤੋਂ, ਨਾ ਜੋ ਰੁਕਮਣੀ ਹੁੰਦੇ ਸਨ ਤੇ ਨਾ ਰਾਧਾ। ਤੇ ਫਿਰ ਉਹ ਕੀ ਕਹਿੰਦੀ ਹੈਗੀ ਆ ਕਿ ਮੈਂ ਫਿਰ ਆਪਣੇ ਆਪ ਨੂੰ ਉਹਨਾਂ ਰਾਹਾਂ ਦੇ ਉੱਤੋਂ ਜਿਹੜਾ ਹੈ ਮੋੜ ਲਿਆਈ ਜੋ ਫਿਰ ਨਾ ਤਾਂ ਰੁਕਮਣੀ ਹੁੰਦੇ ਸਨ ਤੇ ਨਾ ਹੀ ਰਾਧਾ ਹੁੰਦੇ ਸਨ। ਪਰ ਕਹਿਣ ਦਾ ਭਾਵ ਕੀ ਹੈ, ਉਹ ਫਿਰ ਆਪਣੇ ਪੈਰਾਂ ਨੂੰ ਮੋੜ ਕੇ ਹੋਰ ਪਾਸੇ ਲੈ ਆਉਂਦੀ ਹੈਗੀ ਆ, ਹੋਰ ਰਸਤਾ ਚੱਲਣ ਦੀ ਕੋਸ਼ਿਸ਼ ਕਰਦੀ ਹੈਗੀ ਆ ਤੇ ਫਿਰ ਉਹ ਆਪਣੇ ਨੂੰ ਸੰਭਾਲ ਲੈਂਦੀ ਹੈਗੀ ਆ ਤੇ ਉਹਨਾਂ ਰਾਹਾਂ ਤੋਂ ਬਦਲ ਕੇ ਲਿਆਉਂਦੀ ਹੈ ਜਿਨ੍ਹਾਂ ਦੇ ਉੱਤੇ ਨਾ ਉਹ ਪਤਨੀ ਰੁਕਮਣੀ ਬਣ ਸਕਦੀ ਸੀ ਤੇ ਨਾ ਹੀ ਪ੍ਰੇਮਿਕਾ ਰਾਧਾ ਬਣ ਸਕਦੀ ਸੀ। ਫਿਰ ਵਕਤ ਆਇਆ ਕਿ ਖੋਲ੍ਹ ਦਿੱਤੀ ਮੁੱਠ, ਉਤਾਰ ਦਿੱਤੇ ਸਭ ਲਿਬਾਸ ਤੇ ਜਾਣਿਆ ਕਿ ਹੋਵੇ ਕੋਈ ਕ੍ਰਿਸ਼ਨ ਜਿਹਾ ਤਾਂ ਗੋਪੀ ਹੋਣਾ ਵੀ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ। ਤਾਂ ਫਿਰ ਉਹ ਕੀ ਕਹਿੰਦੀ ਹੈਗੀ ਆ ਕਿ ਫਿਰ ਇੱਕ ਅਜਿਹਾ ਸਮਾਂ ਆਇਆ ਕਿ ਉਸਨੇ ਆਪਣੇ ਮਨ ਦੀ ਜਿਹੜੀ ਮੁੱਠੀ ਹੈ ਉਹ ਖੋਲ੍ਹ ਦਿੱਤੀ, ਭਾਵ ਬੰਧਨ ਤੋੜ ਦਿੱਤੇ ਅਤੇ ਉਸਨੇ ਸਾਰੇ ਜਿਹੜੇ ਹੈਗੇ ਨੇ ਲਿਬਾਸ ਉਤਾਰ ਦਿੱਤੇ, ਭਾਵ ਉਸਨੇ ਜਿਹੜਾ ਹੈਗਾ ਪੁਰਾਤਨਤਾ ਦੇ ਵਿਚਾਰ ਤਿਆਗ ਦਿੱਤੇ। ਤੇ ਫਿਰ ਉਸਨੇ ਸੋਚਿਆ ਕਿ ਜੇਕਰ ਕੋਈ ਵਿਅਕਤੀ ਕ੍ਰਿਸ਼ਨ ਵਰਗਾ ਮਹਾਨ ਹੋਵੇ ਤਾਂ ਗੋਪੀ ਹੋਣਾ ਵੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈਗਾ। ਤੀਸਰਾ ਪੈਰਾ, ਤੇ ਹੁਣ ਉਹ ਕ੍ਰਿਸ਼ਨ ਹੋਣ ਜਾਂ ਨਾ ਹੋਣ ਪਰ ਮਿਲਦੇ ਨੇ ਕ੍ਰਿਸ਼ਨ ਬਣ। ਹੁਣ ਤੀਸਰੇ ਪੈਰੇ ਦੇ ਵਿੱਚ ਜਿਹੜੀ ਕਵਿਤਰੀ ਹੈ ਉਸਨੇ ਇੱਕ ਬਿਲਕੁਲ ਹੀ ਨਵਾਂ ਖਿਆਲ, ਨਵਾਂ ਵਿਚਾਰ ਪੇਸ਼ ਕੀਤਾ ਹੈਗਾ ਤੇ ਉਹਦੇ ਵਿੱਚ ਉਹ ਕਹਿੰਦੀ ਹੈਗੀ ਆ ਕਿ ਜਿਹੜਾ ਹੈ ਹੁਣ ਅਗਲੀ ਜਿਹੜੀ ਸਟੇਜ ਹੈ ਉਹ ਕੀ ਹੋਈ ਕਿ ਹੁਣ ਉਹ ਕ੍ਰਿਸ਼ਨ ਹੋਣ ਜਾਂ ਨਾ ਹੋਣ ਪਰ ਮਿਲਦੇ ਨੇ ਕ੍ਰਿਸ਼ਨ ਬਣ। ਤਾਂ ਉਹ ਕੀ ਕਹਿੰਦੀ ਹੈਗੀ ਆ ਕਿ ਹੁਣ ਇਸ ਜਿਹੜਾ ਹੈ ਸਮਾਜ ਦੇ ਵਿੱਚ ਕਹਿੰਦਾ ਮਰਦ ਨੇ ਜਿਹੜੇ ਉਹ ਕ੍ਰਿਸ਼ਨ ਹੋਣ ਭਾਵੇਂ ਨਾ ਹੋਣ ਪਰੰਤੂ ਉਸ ਨੂੰ ਸਾਰੇ ਕ੍ਰਿਸ਼ਨ ਬਣ ਕੇ ਮਿਲਣ ਦੀ ਕੋਸ਼ਿਸ਼ ਕਰਦੇ ਨੇ ਤੇ ਵਿਛਾਉਂਦੇ ਨੇ ਮੇਰੇ ਪੈਰਾਂ 'ਚ ਜ਼ਮੀਨ ਦਾ ਇੱਕ ਨਿੱਕਾ ਜਿਹਾ ਟੁਕੜਾ ਅਤੇ ਉਹ ਉਸਦੇ ਪੈਰਾਂ ਦੇ ਵਿੱਚ ਪਿਆਰ ਰੂਪੀ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਵਿਛਾਉਂਦੇ ਨੇ ਜਿੱਥੇ ਬਸ ਖਲੋ ਕੇ ਕੁਝ ਚਿਰ ਬੋਲਦੇ ਨੇ ਇਸ਼ਕ ਮੁਹੱਬਤ ਦੇ ਸੰਵਾਦ। ਤੇ ਉਸ ਥਾਂ ਦੇ ਉੱਤੇ ਖੜੋ ਕੇ ਉਹ ਜਿਹੜਾ ਹੈ ਕੁਝ ਸਮੇਂ ਦੇ ਲਈ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਨੇ। ਸੰਵਾਦ ਮਤਲਬ ਹੁੰਦਾ ਵਾਰਤਾਲਾਪ, ਉਹ ਗੱਲਾਂ ਕਰਦੇ ਹੈਗੇ ਨੇ ਤੇ ਜ਼ਮੀਨ ਦੇ ਇਸ ਨਿੱਕੇ ਜਿਹੇ ਟੁਕੜੇ ਨੂੰ ਆਪਣੇ ਸ਼ਬਦਾਂ ਦੇ ਨਾਲ ਕੁਝ ਚਿਰ ਲਈ ਬਣਾ ਦਿੰਦੇ ਨੇ ਧਰਤੀ ਪੂਰੀ। ਤੇ ਉਹ ਕਹਿਣ ਦਾ ਭਾਵ ਇਹ ਹੈਗਾ ਵੀ ਉਹ ਗੱਲਾਂ ਦੇ ਨਾਲ ਇੰਨੇ ਜਿਹੜੇ ਸ਼ਬਦਾਂ ਦੇ ਕਲਾਵੇ ਮੇਲਦੇ ਨੇ ਕਿ ਉਹ ਆਪਣੇ ਸ਼ਬਦਾਂ ਦੇ ਨਾਲ ਕੁਝ ਚਿਰ ਲਈ ਇਸ ਛੋਟੀ ਜਿਹੀ ਜ਼ਮੀਨ ਦੇ ਟੁਕੜੇ ਨੂੰ, ਛੋਟੇ ਜਿਹੇ ਪਿਆਰ ਦੇ ਜਿਹੜੇ ਟੁਕੜੇ ਨੂੰ ਪੂਰੀ ਧਰਤੀ ਬਣਾ ਦਿੰਦੇ ਨੇ। ਪਰ ਬੋਲਦੇ ਨੇ ਇੰਨੇ ਜ਼ਬਤ ਨਾਲ ਕਿ ਉਹਨਾਂ ਦੇ ਦੁਆਲੇ ਫੈਲੀ ਹਵਾ ਵੀ ਨਾ ਸੁਣ ਸਕੇ ਆਵਾਜ਼। ਤੇ ਕਵਿਤਰੀ ਕਹਿੰਦੀ ਹੈਗੀ ਆ ਕਿ ਉਹ ਇੰਨੇ ਡਿਸਿਪਲਨ ਵਿੱਚ ਰਹਿ ਕੇ ਬੋਲਦੇ ਨੇ, ਇੰਨੇ ਆਲੇ ਦੁਆਲੇ ਤੋਂ ਜਿਹੜੇ ਹੈਗੇ ਨੇ ਸੰਕੋਚ ਨਾਲ ਬੋਲਦੇ ਨੇ ਕਿ ਉਹਨਾਂ ਦੇ ਦੁਆਲੇ ਜਿਹੜੀ ਫੈਲੀ ਹਵਾ ਵੀ ਹੈ ਉਹਨਾਂ ਦੀ ਆਵਾਜ਼ ਨਹੀਂ ਸੁਣ ਸਕਦੀ। ਭਾਵ ਉਹ ਬਹੁਤ ਹੀ ਗੁਪਤ ਰੂਪ ਦੇ ਵਿੱਚ ਉਹਨਾਂ ਜਿਹੜਾ ਹੈ ਕਵਿਤਰੀ ਕਹਿੰਦੀ ਹੈਗੀ ਆਪਣਾ ਪਿਆਰ ਦਾ ਇਜ਼ਹਾਰ ਕਰਦੇ ਨੇ, ਆਪਣੀਆਂ ਜਿਹੜੇ ਹੈਗੇ ਨੇ ਗੱਲਾਂ ਦੇ ਨਾਲ ਉਹ ਸਾਰੇ ਮਹਿਲਾਂ ਦੀਆਂ ਗੱਲਾਂ ਕਰਦੇ ਨੇ ਪਰ ਇਸ ਢੰਗ ਨਾਲ ਕਿ ਕੋਈ ਉਹਨਾਂ ਦੇ ਉਸ ਦੁਆਲੇ ਜਿਹੜੀ ਫੈਲੀ ਹੋਈ ਹਵਾ ਵੀ ਉਸ ਨੂੰ ਨਾ ਸੁਣ ਸਕੇ। ਤਾਂ ਹੁਣ ਅਗਲਾ ਜਿਹੜਾ ਪੈਰਾਗ੍ਰਾਫ ਸੱਸਾ ਭਾਗ, ਤਾਂ ਜ਼ਮੀਨ ਦਾ ਨਿੱਕਾ ਜਿਹਾ ਟੁਕੜਾ ਤੈਅ ਕਰਕੇ ਤੁਰਨ ਲੱਗੇ ਕਿਸੇ ਚੋਰ ਜੇਬ 'ਚ ਲੁਕਾ ਜਾ ਸੁਰੱਖਿਅਤ ਕਰਦੇ ਨੇ ਆਪਣੀ ਆਪਣੀ ਰੁਕਮਣੀ ਦਾ ਸੰਸਾਰ। ਹੁਣ ਇੱਥੇ ਜਿਹੜੀ ਹੈ ਕਵਿਤਰੀ ਉਸਨੇ ਇੱਕ ਬੜਾ ਹੀ ਅਗਲਾ ਭਾਵ ਪੇਸ਼ ਕੀਤਾ ਹੈਗਾ ਕਿ ਜਦੋਂ ਅਜਿਹੇ ਮਰਦ ਨੇ ਜਿਹੜੇ ਉਹ ਭਾਵ ਕਹਿਣ ਦਾ ਭਾਵ ਹੈ ਉਹ ਅਜਿਹੇ ਜਿਹੜੇ ਹੈਗੇ ਨੇ ਸੰਵਾਦ ਰਚਾਉਂਦੇ ਨੇ ਜਾਂ
ਸੰਬੰਧ ਰੱਖਦੇ ਨੇ, ਉਹ ਆਪਣੀ ਪਤਨੀ ਤੋਂ ਚੋਰੀ ਰੱਖਦੇ ਨੇ। ਹੁਣ ਕਿਉਂਕਿ ਜਿਹੜੀ ਹੈ ਰੁਕਮਣੀ ਹੈ ਕ੍ਰਿਸ਼ਨ ਜੀ ਦੀ ਪਤਨੀ ਸੀਗੀ, ਅਤੇ ਗੋਪੀਆਂ ਉਸ ਦੀਆਂ ਸਹੇਲੀਆਂ ਸਨ ਜਾਂ ਦੋਸਤ ਸਨ, ਅਤੇ ਜਿਹੜੀ ਰਾਧਾ ਹੈ ਉਸ ਦੀ ਪ੍ਰੇਮਿਕਾ ਸੀਗੀ। ਅਤੇ ਇਸ ਤਰ੍ਹਾਂ ਜਿਹੜਾ ਹੈ ਇਸ ਚੌਥੇ ਪਹਿਰੇ ਦੇ ਵਿੱਚ ਕਵਿੱਤਰੀ ਦੱਸਦੀ ਹੈਗੀ ਆ ਕਿ ਜਿਹੜੇ ਹੈਗੇ ਨੇ ਇਹ ਹੁਣ ਦੇ ਕ੍ਰਿਸ਼ਨ ਨੇ, ਉਹ ਕੀ ਕਰਦੇ ਨੇ, ਉਸ ਨੂੰ ਜਿਹੜਾ ਹੈ ਗੋਪੀ ਸਮਾਨ ਦੋਸਤ ਮੰਨ ਕੇ ਜਿਹੜੇ ਵੀ ਮਰਦ ਮਿਲਦੇ ਨੇ ਉਹ ਥੋੜ੍ਹੀ ਜਿਹੀ ਥਾਂ ਦੇ ਵਿੱਚ ਬਹੁਤ ਸੰਭਲ ਕੇ ਪਿਆਰ ਦੀਆਂ ਗੱਲਾਂ ਕਰਦੇ ਨੇ। ਅਤੇ ਫਿਰ ਇਸ ਪਿੱਛੋਂ ਕੀ ਹੁੰਦਾ, ਉਹ ਤੁਰਨ ਸਮੇਂ ਜ਼ਮੀਨ ਦੇ ਇਸ ਨਿੱਕੇ ਜਿਹੇ ਟੁਕੜੇ ਨੂੰ ਤੈਅ ਕਰਕੇ ਕਿਸੇ ਚੋਰ ਜੇਬ ਦੇ ਵਿੱਚ ਪਾ ਲੈਂਦੇ ਨੇ। ਭਾਵ ਉਹ ਇਸ ਪਿਆਰ ਨੂੰ, ਇਸ ਦੋਸਤੀ ਨੂੰ ਗੁਪਤ ਰੂਪ ਦੇ ਵਿੱਚ ਹੀ ਰੱਖਦੇ ਨੇ, ਪ੍ਰਗਟ ਨਹੀਂ ਕਰਦੇ ਹੈਗੇ ਕਦੇ ਵੀ। ਆਪਣੀ ਆਪਣੀ ਰੁਕਮਣੀ ਰੂਪੀ ਪਤਨੀ ਦਾ ਸੰਸਾਰ ਸੁਰੱਖਿਅਤ ਕਰ ਲੈਂਦੇ ਹੈਗੇ ਨੇ। ਅਤੇ ਉਹ ਕੀ ਕਹਿੰਦੇ ਨੇ, ਆਹ ਵੇਖ ਰੁਕਮਣੀ ਸਾਲਮ ਸਬੂਤਾ, ਸੱਚਾ ਸੁੱਚਾ ਅੰਦਰੋਂ ਬਾਰਾ ਤੇਰਾ ਹੀ ਤਾਂ ਹਾਂ ਮੈਂ। ਗੋਪੀਆਂ ਦਾ ਕੀ ਹੈ, ਬਥੇਰੀਆਂ ਫਿਰਦੀਆਂ ਨੇ ਦੁਆਲੇ। ਅਤੇ ਇਸ ਤਰ੍ਹਾਂ ਕਵਿੱਤਰੀ ਨੂੰ ਲੱਗਦਾ ਹੈ ਕਿ ਉਹ ਆਪਣੀ ਪਤਨੀ ਰੂਪੀ ਰੁਕਮਣੀ ਨੂੰ ਇਹ ਕਹਿੰਦੇ ਨੇ ਕਿ ਆਹ ਵੇਖ ਮੈਂ ਸਾਲਮਾ ਸਬੂਤਾ, ਸੱਚਾ ਸੁੱਚਾ ਹਾਂ ਅਤੇ ਅੰਦਰੋਂ ਅਤੇ ਬਾਹਰੋਂ ਸਿਰਫ ਤੇਰਾ ਹੀ ਹੈਗਾ। ਇਹਨਾਂ ਗੋਪੀਆਂ ਦਾ ਕੀ ਹੈ, ਇਹ ਤਾਂ ਬਥੇਰੀਆਂ ਫਿਰਦੀਆਂ ਨੇ ਆਲੇ ਦੁਆਲੇ। ਭਾਵ ਉਹ ਉਸ ਦੀਆਂ ਜਿਹੜੀਆਂ ਦੋਸਤ ਗੋਪੀਆਂ ਨੇ ਉਹਨਾਂ ਦਾ ਕੋਈ ਬਹੁਤੀ ਕਹਿਣ ਦਾ ਇੱਜ਼ਤ ਮਾਣ ਨਹੀਂ ਕਰਦਾ, ਅਤੇ ਉਸ ਨੂੰ ਤਾਂ ਜਿਹੜਾ ਹੈ ਉਹ ਇੱਕ ਜਿਹੜਾ ਹੈ ਤੁਰਦੀਆਂ ਫਿਰਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਵਰਗਾ ਹੀ ਸਮਝਦਾ ਹੈ। ਅਤੇ ਅਗਲਾ ਪੈਰਾ ਹੈਗਾ, ਸੋਚਦੀ ਹਾਂ ਜ਼ਮੀਨ ਦਾ ਨਿੱਕਾ ਜਿਹਾ ਟੁਕੜਾ ਕਿੱਡਾ ਵੱਡਾ ਭਰਮ ਹੈ। ਤਾਂ ਕਵਿੱਤਰੀ ਕੀ ਕਹਿੰਦੀ ਹੈਗੀ ਆ ਵੀ ਫਿਰ ਇਹ ਗੱਲਾਂ ਦੇਖ ਕੇ ਕਹਿੰਦੀ ਹੈਗੀ ਆ ਕਿ ਮੈਂ ਸੋਚਦੀ ਹੈਗੀ ਆ ਕਿ ਇਹ ਜਿਹੜਾ ਪਿਆਰ ਦੀ ਜ਼ਮੀਨ ਦਾ ਛੋਟਾ ਜਿਹਾ ਟੁਕੜਾ ਕਿੰਨਾ ਵੱਡਾ ਭਰਮ ਹੈ। ਅਤੇ ਉਸ ਉੱਪਰ ਬੋਲੇ ਹੋਏ ਸੰਵਾਦ, ਅਤੇ ਉਹਦੇ ਉਸ ਜ਼ਮੀਨ 'ਤੇ ਖੜ੍ਹੇ ਹੋ ਕੇ ਬੋਲੇ ਗਏ ਇਹ ਵਾਰਤਾਲਾਪ ਨੇ, ਉਹ ਕਿੱਡੇ ਵੱਡੇ ਜਿਹੜੇ ਹੈਗੇ ਨੇ ਧੋਖੇ ਹੈਗੇ ਨੇ, ਅਤੇ ਕਿੱਡੇ ਸੰਘਣੇ ਸ਼ਬਦ ਜਾਲ ਨੇ ਜਿਹੜੇ ਇਹ ਜੇਕਰ ਕਿਤੇ ਟੱਕਰ ਪਵੇ ਤਾਂ ਕਿੰਨੇ ਸੱਚੇ ਕਿੰਨੇ ਤਿੱਖੇ ਹੁੰਦੇ ਨੇ ਰੁਕਮਣੀ ਦੀਆਂ ਨਜ਼ਰਾਂ ਦੇ ਤੀਰ। ਤਾਂ ਕਵਿੱਤਰੀ ਸਮਝਦੀ ਹੈ ਕਿ ਜਦੋਂ ਅਜਿਹੀ ਦੋਸਤ ਜਿਹੜੀ ਹੈਗੀ ਆ ਗੋਪੀ ਕਦੇ ਕ੍ਰਿਸ਼ਨ ਨੂੰ ਉਸਦੀ ਪਤਨੀ ਰੁਕਮਣੀ ਦੇ ਸਾਹਮਣੇ ਮਿਲੇ ਕਦੇ ਜ਼ਿੰਦਗੀ ਦੇ ਵਿੱਚ, ਫਿਰ ਰੁਕਮਣੀ ਦੀਆਂ ਤੇਜ਼ ਤਿੱਖੀਆਂ ਸੱਚੀਆਂ ਨਜ਼ਰਾਂ ਗੋਪੀ ਅਤੇ ਕ੍ਰਿਸ਼ਨ ਦੇ ਸੰਬੰਧ ਨੂੰ ਵੇਖ ਕੇ ਜੋ ਤਿੱਖੇ ਤੀਰ ਨਜ਼ਰਾਂ ਦੇ ਛੱਡਦੀ ਹੈਗੀ ਆ, ਅਤੇ ਉਸ ਨੂੰ ਤਾਂ ਫਿਰ ਕੋਈ ਵੀ ਸਹਿਣ ਨਹੀਂ ਕਰ ਸਕਦਾ। ਭਾਵ ਅਜਿਹੀਆਂ ਨਜ਼ਰਾਂ ਦੇ ਤੀਰਾਂ ਦਾ ਸਾਹਮਣਾ ਕਰਨਾ ਜਿਹੜਾ ਕ੍ਰਿਸ਼ਨ ਲਈ ਵੀ ਔਖਾ ਹੋਵੇਗਾ, ਜੋ ਅਜੋਕੇ ਕ੍ਰਿਸ਼ਨ ਦੀ ਗੱਲ ਕਰਦੀ ਹੈਗੀ ਆ। ਅਤੇ ਲਾਸਟ ਪੈਰਾ ਹੈਗਾ, ਇੰਝ ਜਦੋਂ ਕਦੀ ਵੀ ਤੁਰੀ ਖੁਦ ਨੂੰ ਸਵੀਕਾਰਨ ਦੇ ਰਾਹ 'ਤੇ ਵਿਛ ਗਿਆ ਮੇਰੇ ਸਾਵੇਂ ਬਸ ਸਵਾਲਾਂ ਦਾ ਗਾ। ਅਤੇ ਫਿਰ ਅਖੀਰ ਪੈਰੇ ਦੇ ਵਿੱਚ ਜਿਹੜੀ ਕਵਿੱਤਰੀ ਕਹਿੰਦੀ ਹੈਗੀ ਆ, ਅਤੇ ਇੰਝ ਵੀ ਉਹ ਕਹਿੰਦੀ ਹੈਗੀ ਆ ਜਦੋਂ ਵੀ ਕਦੇ ਮੈਂ ਆਪਣੇ ਆਪ ਨੂੰ ਸਵੀਕਾਰ ਕਰਨ ਦੇ ਰਾਹ ਦੇ ਉੱਤੇ ਤੁਰੀ ਤਾਂ ਫਿਰ ਮੇਰੇ ਸਾਹਮਣੇ ਜਿਹੜਾ ਹੈ ਕਵਿੱਤਰੀ ਕਹਿੰਦੀ ਹੈ ਇਸ ਪ੍ਰਕਾਰ ਜਦੋਂ ਮੈਂ ਆਪਣੇ ਆਪ ਨੂੰ ਰੁਕਮਣੀ ਰੂਪ ਦੇ ਵਿੱਚ ਪਤਨੀ, ਰਾਧਾ ਰੂਪ ਦੇ ਵਿੱਚ ਪ੍ਰੇਮਿਕਾ ਅਤੇ ਗੋਪੀ ਰੂਪ ਦੇ ਵਿੱਚ ਦੋਸਤ ਦੇ ਰੂਪ ਵਿੱਚ ਸਵੀਕਾਰ ਕਰਨ ਦੇ ਲਈ ਤਿਆਰ ਹੋਈ, ਭਾਵ ਉਸ ਦਾ ਮਨ ਤਿਆਰ ਹੋਇਆ, ਤਾਂ ਉਸਦੇ ਸਾਹਮਣੇ ਸਵਾਲਾਂ ਦਾ ਗਾਹ ਜਿਹਾ ਪੈ ਜਾਂਦਾ ਹੈ, ਸਵਾਲਾਂ ਦਾ ਕੜਮੱਸ ਜਿਹਾ ਪੈ ਜਾਂਦਾ ਹੈ ਜਿਸ ਦਾ ਉਹਦੇ ਕੋਲ ਕੋਈ ਉੱਤਰ ਨਹੀਂ ਹੁੰਦਾ। ਪਰ ਉਹ ਕੀ ਪਰ ਜਾਣਦੀ ਹਾਂ ਇੱਕ ਭਰਮ ਹੈ ਕ੍ਰਿਸ਼ਨ, ਉਹ ਜਾਣਦੀ ਹੈਗੀ ਹੈ ਕਿ ਕ੍ਰਿਸ਼ਨ ਇੱਕ ਭਰਮ ਹੈ ਅਤੇ ਬੜਾ ਔਖਾ ਹੈ, ਅਤੇ ਉਸ ਲਈ ਸਿਰਫ ਰੁਕਮਣੀ ਰਾਧਾ ਜਾਂ ਫਿਰ ਕੋਈ ਗੋਪੀ ਹੋਣਾ ਬੜਾ ਔਖਾ ਹੈ। ਇਹ ਤਾਂ ਸਭ ਨੇ ਆਪਣੇ ਆਪਣੇ ਟੁਕੜਿਆਂ 'ਚ ਘਿਰੇ ਖੁਦ ਤੋਂ ਵੀ ਚੋਰੀ ਕੀਤੀਆਂ ਯਾਰੀਆਂ ਦੇ ਸੰਵਾਦ। ਤਾਂ ਉਸ ਨੂੰ ਲੱਗਦਾ ਹੈ ਕਿ ਕ੍ਰਿਸ਼ਨ ਇੱਕ ਭਰਮ ਹੈ ਅਤੇ ਉਸ ਦੀ ਸਿਰਫ ਰੁਕਮਣੀ ਰਾਧਾ ਜਾਂ ਗੋਪੀ ਹੋਣਾ ਬੜਾ ਔਖਾ ਹੈ। ਅਤੇ ਕਵਿੱਤਰੀ ਕਹਿੰਦੀ ਹੈ ਕਿ ਇਹ ਤਾਂ ਸਿਰਫ ਆਪਣੇ ਹੀ ਟੁਕੜਿਆਂ ਵਿੱਚ ਘਿਰੇ ਆਪਣੇ ਆਪ ਤੋਂ ਹੀ ਚੋਰੀ ਕੀਤੀਆਂ ਦੋਸਤੀਆਂ ਦੀਆਂ ਗੱਲਾਂ ਹਨ, ਉਹਨਾਂ ਦੇ ਵਾਰਤਾਲਾਪ ਹੁੰਦੇ ਹੈਗੇ ਨੇ। ਤਾਂ ਇਹ ਤਾਂ ਸੀਗੇ ਇਸ ਕਵਿਤਾ ਦੇ ਸਰਲਾਰਥ। ਅਤੇ ਹੁਣ ਆਪਾਂ ਇਸ ਦਾ ਜਿਹੜੇ ਹੈਗੇ ਨੇ ਕੇਂਦਰੀ ਭਾਵ ਪੜ੍ਹਨਾ। ਕੇਂਦਰੀ ਭਾਵ ਬਹੁਤਾ ਲੰਬਾ ਚੌੜਾ ਨਹੀਂ ਹੈਗਾ ਇਹਦਾ। ਤਾਂ ਇਹਦੇ ਵਿੱਚ ਜਿਹੜਾ ਹੈ ਕੇਂਦਰੀ ਭਾਵ ਦੇ ਵਿੱਚ ਦੱਸਿਆ ਹੈਗਾ, ਕਵਿੱਤਰੀ ਨੇ ਆਪਾਂ ਪਹਿਲਾਂ ਹੀ ਦੱਸਿਆ ਹੈਗਾ ਕਿ ਉਸ ਨੇ ਜਿਹੜਾ ਨਾਰੀਵਾਦ ਨੂੰ ਜਿਹੜਾ ਹੈ ਕਾਫੀ ਜਿਹੜਾ ਹੈ ਕਵਿੱਤਰੀ ਆਪਣੇ ਆਪ ਨੂੰ ਜਿਹੜਾ ਹੈ
ਉਹਦੇ ਵਿੱਚ ਅਨੁਸਾਰ ਢਾਲਦੀ ਹੈਗੀ ਆ ਅਤੇ ਉਸ ਨੂੰ ਲੱਗਦਾ ਹੈ, ਕੇਂਦਰੀ ਭਾਵ ਦੇ ਵਿੱਚ ਅਸੀਂ ਲਿਖ ਸਕਦੇ ਹੈਗੇ ਕਿ ਮਰਦ ਪ੍ਰਧਾਨ ਸਮਾਜ ਦੇ ਵਿੱਚ ਇੱਕ ਜਿਹੜਾ ਹੈ ਬੇਵਫਾ ਮਰਦ ਦੀ ਬੇਵਫਾਈ ਦੇ ਕਰਕੇ, ਉਸਦੇ ਦੋਹਰੇ ਚਰਿੱਤਰ ਕਰਕੇ ਇੱਕ ਔਰਤ ਲਈ ਉਸਦੀ ਪਤਨੀ, ਪ੍ਰੇਮਿਕਾ ਜਾਂ ਦੋਸਤ ਹੋਣਾ ਬੜਾ ਹੀ ਔਖਾ ਹੈਗਾ। ਉਸ ਲਈ ਜਿਹੜੇ ਹੈਗੇ ਨੇ ਸਾਰੇ ਪਾਸੇ ਜਿਹੜਾ ਹੈ ਪ੍ਰਸ਼ਨ ਹੁੰਦੇ ਨੇ ਜਿਨ੍ਹਾਂ ਦਾ ਉਹਦੇ ਕੋਲ ਉੱਤਰ ਨਹੀਂ ਹੁੰਦਾ। ਉਹ ਕਈ ਵਾਰ ਜਿਹੜਾ ਹੈ ਅਸੀਂ ਕਹਿ ਸਕਦੇ ਹੈਗੇ ਹਾਂ ਕਿ ਸਮਾਜ ਦੇ ਵਿੱਚ ਕੋਈ ਬਹੁਤਾ ਵਧੀਆ ਉਹਦਾ ਅਕਸ਼ ਨਹੀਂ ਰਹਿ ਜਾਂਦਾ ਜਦੋਂ ਕਦੇ ਅਜਿਹੀ ਸਥਿਤੀ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਹੈਗਾ। ਅਤੇ ਹੁਣ ਅਸੀਂ ਇਸ ਕਵਿਤਾ ਦੇ ਨਾਲ ਸੰਬੰਧਿਤ ਕੁਝ ਪ੍ਰਸ਼ਨ ਨੇ ਜੋ ਉਹ ਵਾਚਣੇ ਹੈਗੇ ਨੇ। ਚੋਰੀ ਯਾਰੀ ਕਵਿਤਾ ਦੇ ਵਿੱਚ ਆਏ ਵਿਚਾਰਾਂ ਦਾ ਸਾਰ ਲਿਖਣਾ ਹੈਗਾ ਅਸੀਂ। ਅਤੇ ਚੋਰੀ ਯਾਰੀ ਕਵਿਤਾ ਪਾਲ ਕੌਰ ਦੀ ਰਚਨਾ ਹੈਗੀ ਆ। ਅਤੇ ਇਸ ਕਵਿਤਾ ਦੇ ਵਿੱਚ ਕਵਿੱਤਰੀ ਨਾਰੀਵਾਦ ਦੀ ਦ੍ਰਿਸ਼ਟੀ ਤੋਂ ਪ੍ਰੇਮਿਕਾ, ਦੋਸਤ ਅਤੇ ਪਤਨੀ ਹੋਣ ਦੇ ਅਰਥ ਤਲਾਸ਼ਦੀ ਹੈ। ਇਹ ਤਲਾਸ਼ ਉਸਨੇ ਕ੍ਰਿਸ਼ਨ ਦੀ ਮਿੱਥ ਵਿਚਲੀਆਂ ਵਿਰੋਧਤਾਈਆਂ ਨੂੰ ਲੈ ਕੇ ਸਾਹਮਣੇ ਲਿਆ ਕੇ ਪੇਸ਼ ਕੀਤੀ ਹੈ। ਕਵਿੱਤਰੀ ਕਹਿੰਦੀ ਹੈ ਕਿ ਯਾਰੀਆਂ ਸਦਾ ਚੋਰੀ ਵਾਲੀਆਂ ਹੁੰਦੀਆਂ ਨੇ, ਪਰ ਇਹਨਾਂ ਦੇ ਅਰਥ, ਸਵਾਦ ਅਤੇ ਦਰਦ ਸਦਾ ਬਦਲਦੇ ਰਹਿੰਦੇ ਨੇ। ਇੱਕ ਵੇਲਾ ਸੀ ਜਦੋਂ ਕਵਿੱਤਰੀ ਨੂੰ ਕੋਈ ਮਰਦ ਮਿਲਦਾ ਤਾਂ ਉਹ ਉਸਨੂੰ ਪਤਨੀ, ਪ੍ਰੇਮਿਕਾ ਜਾਂ ਦੋਸਤ ਵਿੱਚੋਂ ਕੋਈ ਰਾਹ ਚੁਣਨ ਦੀ ਖੁੱਲ੍ਹ ਦਿੰਦਾ ਅਤੇ ਉਹ ਆਪ ਵੀ ਇਹਨਾਂ ਬੰਧਨਾਂ ਦੀਆਂ ਸਾਰੀਆਂ ਬੇੜੀਆਂ ਲਾ ਕੇ ਉਸਦੇ ਨਾਲ ਤੁਰ ਪੈਂਦੀ। ਪਰੰਤੂ ਕੁਝ ਤੁਰਨ ਮਗਰੋਂ ਹੀ ਉਸਦੇ ਕਦਮ ਪ੍ਰਸ਼ਨਾਂ ਦੇ ਵਿੱਚ ਘਿਰ ਜਾਂਦੇ ਅਤੇ ਉਹ ਉਸਨੂੰ ਪੁੱਛਦੇ ਕਿ ਉਹ ਰੁਕਮਣੀ ਹੈ, ਰਾਧਾ ਹੈ ਜਾਂ ਗੋਪੀ। ਉਹ ਆਪਣੇ ਆਪ ਨੂੰ ਜਵਾਬ ਦਿੰਦੀ ਕਿ ਉਹ ਸਿਰਫ ਰੁਕਮਣੀ ਦੇ ਰਾਹ ਉੱਤੇ ਜਾਂ ਪਤਨੀ ਬਣਨ ਦੇ ਰਾਹ ਉੱਤੇ ਹੀ ਚੱਲ ਸਕਦੀ ਹੈ। ਅਤੇ ਇਸ ਤਰ੍ਹਾਂ ਉਹ ਸਾਰੇ ਰਾਹਾਂ ਤੋਂ ਮੁੜ ਆਉਂਦੀ ਹੈ ਜਿਹੜੀ ਉਸਨੂੰ ਰੁਕਮਣੀ ਨਹੀਂ ਸਨ ਬਣਨ ਦਿੰਦੇ। ਅਤੇ ਰੁਕਮਣੀ ਬਣਨ ਪਿੱਛੋਂ ਫਿਰ ਇੱਕ ਹਾਦਸੇ ਮਗਰੋਂ ਉਸਨੂੰ ਪ੍ਰਤੀਤ ਹੋਇਆ ਕਿ ਰਾਧਾ ਅਰਥਾਤ ਪ੍ਰੇਮਿਕਾ ਹੋਣਾ ਵੀ ਕੋਈ ਛੋਟੀ ਗੱਲ ਨਹੀਂ, ਕਿਉਂਕਿ ਇਹ ਵੀ ਤਾਂ ਇੱਕ ਭਰਪੂਰ ਹੋਂਦ ਹੈ। ਪਰ ਜਦੋਂ ਉਸਨੇ ਰਾਧਾ ਰੂਪੀ ਪ੍ਰੇਮਿਕਾ ਬਣਨ ਦਾ ਫੈਸਲਾ ਕੀਤਾ ਤਾਂ ਇਸ ਮੋੜ ਉੱਤੇ ਕੋਈ ਅਜਿਹਾ ਆਇਆ ਕਿ ਉਹ ਉਸਨੂੰ ਰਾਧਾ ਅਤੇ ਰੁਕਮਣੀ ਨੂੰ ਆਪਸ ਵਿੱਚ ਉਲਝਾ ਕੇ ਚਲਾ ਗਿਆ। ਫਿਰ ਉਸਨੇ ਆਪਣਾ ਫੇਸ ਸੰਭਾਲਿਆ ਅਤੇ ਉਹਨਾਂ ਰਾਹਾਂ ਉੱਤੇ ਲੈ ਆਂਦਾ ਜਿਹੜੇ ਉਸਨੂੰ ਨਾ ਤਾਂ ਪਤਨੀ ਰੁਕਮਣੀ ਬਣਾਉਂਦੇ ਸਨ, ਨਾ ਹੀ ਪ੍ਰੇਮਿਕਾ ਰਾਧਾ। ਉਸਨੇ ਸਾਰੇ ਬੰਧਨ ਤੋੜ ਕੇ ਸੋਚਿਆ ਕਿ ਜੇਕਰ ਕੋਈ ਕ੍ਰਿਸ਼ਨ ਵਰਗਾ ਹੋਵੇ ਤਾਂ ਗੋਪੀ ਹੋਣਾ ਵੀ ਕਿਸੇ ਚਮਤਕਾਰ ਤੋਂ ਘੱਟ ਨਹੀਂ। ਹੁਣ ਉਸਨੂੰ ਸਾਰੇ ਮਰਦ ਕ੍ਰਿਸ਼ਨ ਬਣ ਕੇ ਮਿਲਦੇ ਸਨ ਅਤੇ ਉਸਨੂੰ ਪਿਆਰ ਦਾ ਨਿੱਕਾ ਜਿਹਾ ਸਹਾਰਾ ਦਿੰਦੇ ਸਨ ਅਤੇ ਕੁਝ ਚਿਰ ਲਈ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਸਨ। ਉਹ ਆਪਣੇ ਨਿੱਕੇ ਜਿਹੇ ਜ਼ਮੀਨ ਦੇ ਟੁਕੜੇ ਰੂਪੀ ਜਿਹੜਾ ਹੈਗਾ ਨੂੰ ਜਿਹੜਾ ਹੈ ਨਿੱਕੇ ਜਿਹੇ ਜ਼ਮੀਨ ਦੇ ਟੁਕੜੇ ਰੂਪੀ ਪਿਆਰ ਨੂੰ ਕੁਝ ਸਮੇਂ ਲਈ ਤਾਂ ਪੂਰੀ ਜ਼ਮੀਨ ਬਣਾ ਦਿੰਦੇ ਸਨ। ਉਸ ਦੇ ਸਾਹਮਣੇ ਜ਼ਮੀਨ ਅਸਮਾਨ ਦੇ ਕਲਾਵੇ ਮੇਲਦੇ ਸਨ, ਪਰੰਤੂ ਬੋਲਦੇ ਉਹ ਇੰਨਾ ਸੰਭਲ ਗਏ ਸਨ ਕਿ ਆਲੇ ਦੁਆਲੇ ਦੀ ਹਵਾ ਨੂੰ ਵੀ ਨਾ ਪਤਾ ਲੱਗੇ। ਪਰ ਉਹ ਉਸ ਕੋਲੋਂ ਵਿਛੜਨ ਵੇਲੇ ਪਿਆਰ ਦੇ ਇਸ ਟੁਕੜੇ ਨੂੰ ਤੈਅ ਕਰਕੇ ਕਿਸੇ ਚੋਰ ਜੇਬ ਵਿੱਚ ਪਾ ਲੈਂਦੇ ਸਨ ਅਤੇ ਆਪਣੀ ਰੁਕਮਣੀ ਰੂਪੀ ਪਤਨੀ ਦਾ ਸੰਸਾਰ ਸੁਰੱਖਿਅਤ ਕਰ ਲੈਂਦੇ ਸਨ ਅਤੇ ਆਪਣੀ ਪਤਨੀ ਨੂੰ ਕਹਿੰਦੇ ਸਨ ਕਿ ਉਹ ਸਾਲਮਾ ਸਮੂਤਾ ਅਤੇ ਸੱਚਾ ਸੁੱਚਾ ਸਿਰਫ ਉਸਦਾ ਹੀ ਹੈ। ਦੋਸਤ ਗੋਪੀਆਂ ਦਾ ਕੀ ਹੈ, ਉਹ ਤਾਂ ਆਲੇ ਦੁਆਲੇ ਬਥੇਰੀਆਂ ਫਿਰਦੀਆਂ ਰਹਿੰਦੀਆਂ ਨੇ। ਕਵਿੱਤਰੀ ਸੋਚਦੀ ਹੈ ਕਿ ਮਰਦ ਵੱਲੋਂ ਦੋਸਤ ਗੋਪੀ ਨੂੰ ਦਿੱਤਾ ਗਿਆ ਪਿਆਰ ਕਿੱਡਾ ਵੱਡਾ ਭਰਮ ਹੈ ਅਤੇ ਮਰਦ ਵੱਲੋਂ ਕੀਤੀਆਂ ਗਈਆਂ ਪਿਆਰ ਦੀਆਂ ਗੱਲਾਂ ਕਿੱਡਾ ਵੱਡਾ ਸ਼ਬਦਾਂ ਦਾ ਸੰਘਣਾ ਜਾਲ ਹੈ। ਜੇਕਰ ਕਿਤੇ ਉਸ ਨੂੰ ਸਮਾਜ ਦੇ ਵਿੱਚ ਉਸਦੀ ਪਤਨੀ ਮਿਲ ਜਾਵੇ ਤਾਂ ਉਸ ਲਈ ਜਿਹੜਾ ਹੈ ਕ੍ਰਿਸ਼ਨ ਲਈ ਉਸ ਦੀਆਂ ਨਜ਼ਰਾਂ ਦੇ ਤਿੱਖੇ ਤੀਰਾਂ ਦਾ ਸਾਹਮਣਾ ਕਰਨਾ ਉਸ ਨੂੰ ਔਖਾ ਹੋ ਜਾਵੇਗਾ ਜੇਕਰ ਰੁਕਮਣੀ ਅਤੇ ਗੋਪੀ ਦਾ ਆਮੋ ਸਾਹਮਣਾ ਹੋ ਜਾਵੇ। ਅੰਤ ਵਿੱਚ ਕਵਿੱਤਰੀ ਕਹਿੰਦੀ ਹੈ ਕਿ ਜਦੋਂ ਕਦੇ ਵੀ ਆਪਣੇ ਆਪ ਨੂੰ ਰੁਕਮਣੀ ਰੂਪੀ ਪਤਨੀ, ਰਾਧਾ ਰੂਪੀ ਪ੍ਰੇਮਿਕਾ ਜਾਂ ਗੋਪੀ ਰੂਪੀ ਦੋਸਤ ਦੇ ਰੂਪ ਸਵੀਕਾਰ ਕਰਨ ਦੇ ਰਾਹ 'ਤੇ ਤੁਰੀ ਹੈ ਤਾਂ ਉਸ ਦੇ ਸਾਹਮਣੇ ਸਵਾਲਾਂ ਦੀ ਕੜਮੱਸ ਜਿਹੀ ਪੈ ਜਾਂਦੀ ਹੈ। ਪਰ ਉਹ ਜਾਣਦੀ ਹੈ ਅਤੇ ਸਮਝਦੀ ਹੈ ਕਿ ਕ੍ਰਿਸ਼ਨ ਇੱਕ ਭਰਮ ਹੈ ਅਤੇ ਸਿਰਫ ਰੁਕਮਣੀ, ਰਾਧਾ ਜਾਂ ਗੋਪੀ ਹੋਣਾ ਬੜਾ ਹੀ ਔਖਾ ਹੈ। ਤਾਂ ਇਹਦਾ ਆਪਣੇ ਕੇਂਦਰੀ ਭਾਵ ਪੜ੍ਹ ਹੀ ਲਿਆ ਹੈਗਾ। ਤਾਂ ਅਗਲਾ ਪ੍ਰਸ਼ਨ ਹੈ, ਔਰਤ ਸਭ ਤੋਂ ਪਹਿਲਾਂ ਕਿਹੜੇ ਰਾਹ ਉੱਤੇ ਤੁਰਨ ਦਾ ਫੈਸਲਾ ਕਰਦੀ ਹੈ? ਅਤੇ ਸਭ ਤੋਂ ਪਹਿਲਾਂ ਜਿਹੜੀ ਹੈ ਇੱਕ ਔਰਤ ਹੈ ਹਮੇਸ਼ਾ ਰੁਕਮਣੀ ਭਾਵ ਇੱਕ ਮਰਦ ਦੀ ਪਤਨੀ ਬਣ ਕੇ ਰਹਿਣ ਦੇ ਰਾਹ ਉੱਤੇ ਰਹਿਣ ਦਾ ਫੈਸਲਾ ਕਰਦੀ ਹੈ। ਅਤੇ ਔਰਤ ਨੂੰ ਕਿਹੜੀ ਗੱਲ ਕ੍ਰਿਸ਼ਮੇ ਤੋਂ ਘੱਟ ਨਹੀਂ ਜਾਪਦੀ? ਕ੍ਰਿਸ਼ਨ ਦੀ ਗੋਪੀ ਹੋਣਾ। ਮਰਦ ਲੋਕ ਦੋਸਤ ਗੋਪੀ ਦੇ ਪਿਆਰ ਨੂੰ ਕਿਸ ਤੋਂ ਛੁਪਾ ਕੇ ਰੱਖਦੇ ਨੇ? ਆਪਣੀ ਪਤਨੀ ਤੋਂ। ਅਤੇ ਦੋਸਤ ਗੋਪੀ ਦੇ ਪਿਆਰ ਵਿੱਚ ਉਲਝੇ ਹੁੰਦੇ ਨੇ ਤਾਂ ਆਪਣੀ ਪਤਨੀ ਨੂੰ ਕੀ ਕਹਿੰਦੇ ਹਨ? ਉਹ ਆਪਣੀ ਪਤਨੀ ਦਾ ਵਿਸ਼ਵਾਸ ਜਿੱਤਣ ਲਈ ਦੋਸਤ ਗੋਪੀ ਦਾ ਪਿਆਰ ਉਸ ਤੋਂ ਛੁਪਾ ਕੇ ਰੱਖਦੇ ਨੇ ਅਤੇ ਉਸ ਨੂੰ ਕਹਿੰਦੇ ਨੇ ਕਿ ਉਹ ਸਾਲਮਾ ਸਬੂਤਾ ਅਤੇ ਸੱਚਾ ਸੁੱਚਾ ਕੇਵਲ ਉਸਦਾ ਹੀ ਹੈ। ਦੋਸਤ ਗੋਪੀਆਂ ਤਾਂ ਬਥੇਰੀਆਂ ਮਗਰ ਫਿਰਦੀਆਂ ਰਹਿੰਦੀਆਂ ਨੇ। ਕਵਿੱਤਰੀ ਕਵਿਤਾ ਦੇ ਅੰਤ ਵਿੱਚ ਕੀ ਸਿੱਟਾ ਕੱਢਦੀ ਹੈ? ਕਵਿੱਤਰੀ ਕਵਿਤਾ ਦੇ ਅੰਤ ਵਿੱਚ ਸਿੱਟਾ ਕੱਢਦੀ ਹੈ ਕਿ ਮਰਦ ਦੀ ਵਫਾਦਾਰੀ ਇੱਕ ਭਰਮ ਹੈ ਅਤੇ ਔਰਤ ਲਈ ਉਸਦੀ ਰੁਕਮਣੀ ਅਰਥਾਤ ਪਤਨੀ, ਰਾਧਾ ਅਰਥਾਤ ਪ੍ਰੇਮਿਕਾ ਜਾਂ ਗੋਪੀ ਅਰਥਾਤ ਦੋਸਤ ਬਣਨਾ ਬੜਾ ਹੀ ਔਖਾ ਕੰਮ ਹੈ।
ਤੇ ਚੋਰੀ ਯਾਰੀ ਕਵਿਤਾ ਕਿਸ ਦੀ ਰਚਨਾ ਹੈ? ਪਾਲ ਕੌਰ ਦੀ। ਕਾਵਿ ਸੁਮੇਲ ਕਾਵਿ ਸੰਗ੍ਰਹਿ ਵਿੱਚ ਦਰਜ ਪਾਲ ਕੌਰ ਦੀਆਂ ਕਵਿਤਾਵਾਂ ਦੇ ਨਾਂ ਲਿਖਣੇ ਨੇ। ਪਹਿਲੀ ਹੈ ਆਦਮੀ ਤੇ ਸ਼ੀਸ਼ਾ, ਬਚਪਨ, ਖਜ਼ਾਨਾ। ਚੌਥੀ ਕਵਿਤਾ ਹੈ ਚੋਰੀ ਯਾਰੀ। ਤਾਂ ਇਸ ਦੇ ਨਾਲ ਹੀ ਕਾਵਿ ਸੁਮੇਲ ਪਾਠ ਪੁਸਤਕ ਦਾ ਪੂਰਾ ਸਿਲੇਬਸ ਆਪਾਂ ਖ਼ਤਮ ਕਰ ਲਿਆ ਹੈਗਾ। ਉਮੀਦ ਕਰਦੀ ਹੈਗੀ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਿਓ, ਅਤੇ ਨਾਲੋਂ ਨਾਲ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਿਓ। ਅਤੇ ਜੇਕਰ ਇਸ ਚੈਨਲ 'ਤੇ ਨਵੇਂ ਆਏ ਹੈਗੇ ਹੋ ਤਾਂ ਇਸ ਚੈਨਲ ਦੀ ਪਲੇਲਿਸਟ 'ਤੇ ਜ਼ਰੂਰ ਜਾਣਾ, ਤਾਂ ਕਿ ਤੁਹਾਨੂੰ ਜਿਹੜਾ ਹੈ ਇਸ ਚੈਨਲ ਦੇ ਉੱਤੇ ਪਾਈਆਂ ਜਾਣ ਵਾਲੀਆਂ ਵੀਡੀਓਜ਼ ਬਾਰੇ ਜਾਣਕਾਰੀ ਮਿਲੇ। ਖਾਸ ਤੌਰ 'ਤੇ ਮੈਂ ਕਹੂੰਗੀ ਕਿ ਗ੍ਰਾਮਰ ਭਾਗ ਹੈ, ਵਿਆਕਰਨ ਭਾਗ ਹੈ ਜੋ, ਉਸ ਨੂੰ ਜ਼ਰੂਰ ਦੇਖਣਾ, ਜਿਸ ਵਿੱਚ 9ਵੀਂ ਤੋਂ ਲੈ ਕੇ ਕਾਲਜ ਲੈਵਲ ਤੱਕ ਦੀ ਜਿਹੜੀ ਪੰਜਾਬੀ ਦੀ ਵਿਆਕਰਨ ਹੈ ਉਹ ਪਾਈ ਗਈ ਹੈਗੀ ਆ। ਕਾਫੀ ਕੁਝ ਕੰਮ ਕੀਤਾ ਗਿਆ ਹੈਗਾ ਅਤੇ ਤੁਹਾਨੂੰ ਉਹਦੇ ਵਿੱਚੋਂ ਕੁਝ ਨਾ ਕੁਝ ਆਪਣੇ ਲਈ ਲਾਭਦਾਇਕ ਜ਼ਰੂਰ ਮਿਲ ਜਾਵੇਗਾ। ਅਤੇ ਜੇਕਰ ਇਹ ਵੀਡੀਓ ਤੁਹਾਡੀ ਪੜ੍ਹਾਈ ਦੇ ਲਿਹਾਜ਼ ਦੇ ਨਾਲ 1% ਵੀ ਲਾਭਦਾਇਕ ਹੋਈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋਏ ਬੈਲ ਆਈਕਨ ਵੀ ਪ੍ਰੈਸ ਕਰਿਓ, ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵਧੀਆ ਵੀਡੀਓਜ਼ ਬਾਰੇ ਜਾਣਕਾਰੀ ਮਿਲਦੀ ਰਹੇ। ਅਤੇ ਇਸ ਦੇ ਨਾਲ ਹੀ ਹੁਣ ਤੀਸਰਾ ਜਿਹੜਾ ਸਮੈਸਟਰ ਹੈ ਉਸ ਦਾ ਜਿਹੜਾ ਸਿਲੇਬਸ ਪਾਇਆ ਜਾ ਰਿਹਾ ਹੈਗਾ, ਅਤੇ ਇਸ ਤੋਂ ਬਾਅਦ 5ਵਾਂ ਸਮੈਸਟਰ ਮੈਂ ਸ਼ੁਰੂ ਕਰਨ ਵਾਲੀ ਹੈਗੀ ਹਾਂ। ਅਤੇ ਤੁਸੀਂ ਬਣੇ ਰਹਿਣਾ ਇਸ ਚੈਨਲ 'ਤੇ। ਅਤੇ ਫਿਰ ਮਿਲਦੇ ਹੈਗੇ ਹਾਂ ਕਿਸੇ ਹੋਰ ਵਧੀਆ ਲਾਭਦਾਇਕ ਵੀਡੀਓ ਦੇ ਨਾਲ। ਤਦ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ।